इंडियन काउंसल्स एक्ट 1861, भारती परिषद एक्ट 1861। ਇਹ ਐਕਟ ਬ੍ਰਿਟਿਸ਼ ਪਾਰਲੀਮੈਂਟ ਨੇ ਪਾਸ ਕੀਤਾ ਜੂਨ 1861 ਦੇ ਵਿੱਚ। ਬਰਤਾਨੀਆ ਦੀ ਮਹਾਰਾਣੀ ਨੇ ਇਸ ਨੂੰ ਪਾਸ ਕੀਤਾ 1 ਅਗਸਤ 1861 ਨੂੰ। ਇਸ ਦੇ ਵਿੱਚ ਕੀ ਕੀਤਾ ਗਿਆ, ਜੋ ਵਿਧਾਨ ਪਰਿਸ਼ਦਾਂ ਸਨ 1853 ਦੇ ਐਕਟ ਵਾਲੀਆਂ, ਉਹਨਾਂ ਦਾ ਪੁਨਰਗਠਨ ਕੀਤਾ ਗਿਆ। ਪ੍ਰੈਜ਼ੀਡੈਂਸੀਆਂ ਦੇ 4 ਮੈਂਬਰਾਂ ਦੀ ਵਿਵਸਥਾ ਖਤਮ ਕਰਕੇ 6 ਤੋਂ 12 ਐਡੀਸ਼ਨਲ ਮੈਂਬਰਾਂ ਦੀ ਵਿਧਾਨ ਪਰਿਸ਼ਦ ਬਣਾਈ ਗਈ। ਇਹ ਜਿਹੜੀ ਵਿਧਾਨ ਪਰਿਸ਼ਦ ਸੀ, ਐਡੀਸ਼ਨਲ ਮੈਂਬਰ ਸੀ 6 ਤੋਂ 12। ਇਹਨਾਂ ਮੈਂਬਰਾਂ ਦੇ ਵਿੱਚ ਕੁਝ ਮੈਂਬਰ ਸਰਕਾਰੀ ਹੁੰਦੇ ਸੀ, ਕੁਝ ਗੈਰ ਸਰਕਾਰੀ ਹੁੰਦੇ ਸੀ, ਅਤੇ ਜਿਹੜੇ ਗੈਰ ਸਰਕਾਰੀ ਨੌਨ ਓਫੀਸ਼ੀਅਲ ਮੈਂਬਰ ਸੀ ਉਹਨਾਂ ਵਿੱਚ ਕੁਝ ਇੰਡੀਅਨ ਹੋਣੇ ਲਾਜ਼ਮੀ ਸੀ। ਇਹਨਾਂ ਦੀ ਨਿਯੁਕਤੀ ਹੁੰਦੀ ਸੀ 2 ਸਾਲ ਦੇ ਲਈ। ਅਤੇ ਇਸ ਵਿਧਾਨ ਪਰਿਸ਼ਦ ਦਾ ਕੰਮ ਕੀ ਸੀ? ਕੇਵਲ ਵਿਧਾਨਕ ਕੰਮ ਹੁੰਦੇ ਸੀ, ਇਹਨਾਂ ਦੇ ਕਾਨੂੰਨ ਬਣਾਉਣਾ। ਵਾਇਸਰਾਏ ਸੀ ਉਸ ਸਮੇਂ ਲਾਰਡ ਕੈਨਿੰਗ। ਤਾਂ ਲਾਰਡ ਕੈਨਿੰਗ ਨੇ ਪਹਿਲੀ ਵਾਰੀ 3 ਭਾਰਤੀਆਂ ਨੂੰ ਲੈਜਿਸਲੇਟਿਵ ਕਾਊਂਸਲ ਦੇ ਵਿੱਚ ਨੋਮੀਨੇਟ ਕੀਤਾ ਸੀ। ਉਹ 3 ਭਾਰਤੀ ਕਿਹੜੇ ਸਨ? ਰਾਜਾ ਆਫ ਬਨਾਰਸ, ਮਹਾਰਾਜਾ ਆਫ ਪਟਿਆਲਾ ਅਤੇ ਸਰ ਦਿਨਕਰ ਰਾਓ। ਪ੍ਰਾਂਤਾਂ ਦੇ ਵਿੱਚ ਕੇਂਦਰੀ ਵਿਧਾਨ ਪਰਿਸ਼ਦ ਦੀ ਤਰ੍ਹਾਂ ਹੀ ਵਿਧਾਨ ਪਰਿਸ਼ਦਾਂ ਦਾ ਗਠਨ ਕੀਤਾ ਗਿਆ। ਜਿਸ ਤਰ੍ਹਾਂ ਜਿਹੜੀ ਗਵਰਨਰ ਜਨਰਲ ਵਾਇਸਰਾਏ ਦੀ ਕੇਂਦਰੀ ਵਿਧਾਨ ਪਰਿਸ਼ਦ ਸੀ, ਉਸੇ ਦੇ ਬੇਸ 'ਤੇ ਹੀ ਹਰ ਪ੍ਰਾਂਤ ਦੇ ਵਿੱਚ, ਜਿਹੜੇ ਉਦੋਂ ਪ੍ਰਾਂਤ ਸੀਗੇ 4-5, ਉਹਨਾਂ ਪ੍ਰਾਂਤਾਂ ਦੇ ਵਿੱਚ ਵਿਧਾਨ ਪਰਿਸ਼ਦਾਂ ਦਾ ਗਠਨ ਕੀਤਾ ਗਿਆ। ਪਹਿਲਾਂ 1833 ਦੇ ਵਿੱਚ ਸੈਂਟਰਲਾਈਜੇਸ਼ਨ ਕਰਤਾ ਸੀ, ਕੇਂਦਰੀਕਰਨ ਕਰਤਾ ਸੀ। ਬੰਬਈ ਅਤੇ ਮਦਰਾਸ ਸੀ, ਉਹਨਾਂ ਵਿਧਾਨ ਪਰਿਸ਼ਦਾਂ ਦੀ ਕਾਨੂੰਨ ਬਣਾਉਣ ਦੀ ਸ਼ਕਤੀ ਖਤਮ ਕਰਤੀ ਸੀ। ਉਹਨੂੰ ਹੁਣ ਵਾਪਸ ਕੀਤਾ ਗਿਆ ਕਿ ਉਹ ਪ੍ਰੈਜ਼ੀਡੈਂਸੀਆਂ ਵੀ ਹੁਣ ਆਪਦੇ ਕਾਨੂੰਨ ਦੁਬਾਰਾ ਤੋਂ ਬਣਾ ਸਕਦੀਆਂ ਨੇ। ਇਸ ਤਰ੍ਹਾਂ ਹੁਣ 1833 'ਚ ਸੈਂਟਰਲਾਈਜੇਸ਼ਨ ਸੀ ਅਤੇ 1861 ਦੇ ਵਿੱਚ ਡੀਸੈਂਟਰਲਾਈਜੇਸ਼ਨ ਕਰਤਾ, ਵਿਧਾਨਕ ਵਿਕੇਂਦਰੀਕਰਨ ਕਰਤਾ। 33 ਦੇ ਵਿੱਚ ਕੇਂਦਰੀਕਰਨ ਸੀ ਅਤੇ ਹੁਣ ਇਹ ਵਿਕੇਂਦਰੀਕਰਨ ਕਰਤਾ। ਨਵੀਆਂ ਵਿਧਾਨ ਪਰਿਸ਼ਦਾਂ ਦੀ ਸਥਾਪਨਾ ਕੀਤੀ। ਬੰਬਈ ਅਤੇ ਮਦਰਾਸ ਨੂੰ ਤਾਂ ਕਾਨੂੰਨ ਬਣਾਉਣ ਦੀ ਸ਼ਕਤੀ ਵਾਪਸ ਕਰਤੀ। ਨਵੀਆਂ ਵਿਧਾਨ ਪਰਿਸ਼ਦਾਂ ਬਣੀਆਂ। ਇੱਕ ਤਾਂ ਬੰਗਾਲ ਨੂੰ 1862 ਦੇ ਵਿੱਚ ਬਣਾਇਆ। ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ 1886 ਦੇ ਵਿੱਚ ਬਣੀ ਹੈ, ਅਤੇ ਪੰਜਾਬ ਦੇ ਵਿੱਚ ਵਿਧਾਨ ਪਰਿਸ਼ਦ ਬਣੀ ਹੈ ਜੀ 1897 ਦੇ ਵਿੱਚ। ਬੰਗਾਲ ਐਗਜ਼ਿਸਟ ਪਹਿਲਾਂ ਤੋਂ ਹੀ ਕਰ ਰਿਹਾ ਸੀ, ਪਰ ਹੁਣ ਇੱਥੇ ਵਿਧਾਨ ਪਰਿਸ਼ਦਾਂ ਬਣ ਗਈਆਂ ਸੀ। ਇਹ ਵਿਧਾਨ ਪਰਿਸ਼ਦਾਂ ਦੱਸੀਆਂ ਹੋਈਆਂ ਨੇ ਤਿੰਨੋਂ। ਅਤੇ ਜੋ ਗਵਰਨਰ ਜਨਰਲ ਦੀ ਐਗਜ਼ੀਕਿਊਟਿਵ ਕਾਊਂਸਲ ਸੀ, ਇਹਦੇ ਵਿੱਚ ਹੁੰਦੇ ਸੀ ਜੀ 4 ਮੈਂਬਰ। ਠੀਕ ਹੈ, ਹੁਣ ਇਹਦੇ ਵਿੱਚ ਇੱਕ ਹੋਰ ਮੈਂਬਰ ਜੋੜਤਾ, ਜਿਹੜਾ ਕਿ ਜਿਊਰਿਸਟ ਹੋਣਾ ਲਾਜ਼ਮੀ ਸੀ, ਉਹ ਲਾਅ ਮੈਂਬਰ ਹੋਣਾ ਲਾਜ਼ਮੀ ਸੀ। ਹੁਣ ਹੋ ਗਏ 5 ਮੈਂਬਰ। ਫਿਰ ਇਹਨਾਂ ਦੇ ਵਿੱਚ ਇੱਕ 6ਵਾਂ ਮੈਂਬਰ ਵੀ ਹੋਰ ਜੋੜਿਆ ਗਿਆ। 6 ਹੋ ਗਏ ਟੋਟਲ। ਕਦੋਂ ਹੋਈ ਸੀ? 1874 ਦੇ ਵਿੱਚ। ਅਤੇ ਜਿਹੜਾ ਇਹ ਆਹ ਵਾਲਾ ਜਿਹੜਾ ਪਹਿਲਾ 5ਵਾਂ ਮੈਂਬਰ ਸੀ, ਇਹ ਹੋਣਾ ਚਾਹੀਦਾ ਸੀ ਲਾਅ ਮੈਂਬਰ, ਜਿਊਰਿਸਟ ਹੋਣਾ ਚਾਹੀਦਾ ਸੀ। ਜਿਹੜਾ 6ਵਾਂ ਮੈਂਬਰ ਸੀ, ਇਹ ਪਬਲਿਕ ਵਰਕਸ ਡਿਪਾਰਟਮੈਂਟ ਦੇ ਨਾਲ ਰਿਲੇਟਡ ਸੀ, ਅਤੇ ਇਹ 1874 ਦੇ ਵਿੱਚ ਆਇਆ। 1859 ਦੇ ਵਿੱਚ ਉਦੋਂ ਵੀ ਲਾਰਡ ਕੈਨਿੰਗ ਹੀ ਸੀਗਾ ਵਾਇਸਰਾਏ, ਜਾਂ ਗਵਰਨਰ ਜਨਰਲ ਅਤੇ ਵਾਇਸਰਾਏ। ਅਤੇ ਇਹਨੇ ਪੋਰਟਫੋਲੀਓ ਸਿਸਟਮ ਸ਼ੁਰੂ ਕੀਤਾ ਸੀ, ਵਿਭਾਗੀ ਸਿਸਟਮ ਸ਼ੁਰੂ ਕੀਤਾ ਸੀ ਕਿ ਇੱਕ ਮੈਂਬਰ ਨੂੰ ਇੱਕ ਜੋ ਵੀ ਹੁੰਦੇ ਸੀ ਮੈਂਬਰ ਉਹਨਾਂ ਦੀ ਪਰਿਸ਼ਦ ਦੇ, ਵਿਧਾਨ ਪਰਿਸ਼ਦ ਦੇ, ਉਹਨਾਂ ਨੂੰ ਅਲੱਗ-ਅਲੱਗ ਡਿਪਾਰਟਮੈਂਟ ਦਿੱਤਾ। ਜਿਵੇਂ ਕਿਸੇ ਨੂੰ ਇੱਕ ਡਿਪਾਰਟਮੈਂਟ ਦਿੱਤਾ ਲਾਅ ਦਾ, ਕਿਸੇ ਨੂੰ ਫੋਰਨ ਡਿਪਾਰਟਮੈਂਟ ਦਿੱਤਾ, ਇਸ ਤਰ੍ਹਾਂ ਅਲੱਗ-ਅਲੱਗ ਡਿਪਾਰਟਮੈਂਟ ਦਿੱਤੇ ਸੀ। ਤਾਂ ਇਹ ਬਣਿਆ ਤਾਂ 1859 ਦੇ ਵਿੱਚ ਸੀ ਪੋਰਟਫੋਲੀਓ ਸਿਸਟਮ। ਹੁਣ 1861 ਦੇ ਵਿੱਚ ਇਹਨੂੰ ਮਾਨਤਾ ਦੇ ਦਿੱਤੀ ਗਈ ਸੀ। 1861 ਦੇ ਵਿੱਚ ਇਸ ਐਕਟ ਨੂੰ ਮਾਨਤਾ ਦਿੱਤੀ ਗਈ ਸੀ ਵੀ ਪਰਿਸ਼ਦ ਦੇ ਜਿੰਨੇ ਮੈਂਬਰ ਹੁੰਦੇ ਸੀ ਉਹਨਾਂ ਨੂੰ ਵੱਖਰਾ ਵੱਖਰਾ ਡਿਪਾਰਟਮੈਂਟ ਸੌਂਪਿਆ ਗਿਆ। ਪੋਰਟਫੋਲੀਓ ਸਿਸਟਮ ਕਦੋਂ ਆਉਂਦਾ ਜੀ? 1861 ਦੇ ਵਿੱਚ। ਲੈ ਕੇ ਕੌਣ ਆਉਂਦੇ? ਲਾਰਡ ਕੈਨਿੰਗ 1859 ਦੇ ਵਿੱਚ।
ਜਦੋਂ ਸੰਕਟਕਾਲੀਨ ਦੀ ਸਥਿਤੀ ਹੁੰਦੀ ਸੀ ਤਾਂ ਜਿਹੜਾ ਵਾਇਸਰਾਈ ਸੀ ਉਹ ਅਧਿਆਦੇਸ਼ ਜਾਰੀ ਕਰ ਸਕਦਾ ਸੀ, ਆਰਡੀਨੈਂਸ ਜਾਰੀ ਕਰ ਸਕਦਾ ਸੀ। ਇਸ ਆਰਡੀਨੈਂਸ ਦੀ ਮਿਆਦ 6 ਮੰਥ ਤੱਕ ਹੁੰਦੀ ਸੀ, 6 ਮਹੀਨਿਆਂ ਤੱਕ ਹੁੰਦੀ ਸੀ। ਅਤੇ ਜਿਹੜਾ ਸੈਕਰੇਟਰੀ ਆਫ ਸਟੇਟ ਹੁੰਦਾ ਸੀ, ਭਾਰਤ ਸਕੱਤਰ, ਜੋ ਬ੍ਰਿਟੇਨ ਦੀ ਪਾਰਲੀਮੈਂਟ ਦਾ ਕੈਬਨਿਟ ਦਾ ਮੰਤਰੀ ਹੁੰਦਾ ਸੀ, ਉਹ ਇਹਨੂੰ 6 ਮਹੀਨਿਆਂ ਤੋਂ ਪਹਿਲਾਂ ਵੀ ਖ਼ਤਮ ਕਰ ਸਕਦਾ ਸੀ ਇਸ ਆਰਡੀਨੈਂਸ ਨੂੰ। ਮਤਲਬ ਆਰਡੀਨੈਂਸ ਜਾਰੀ ਕਰਨ ਦੀ ਸ਼ਕਤੀ ਦੇ ਦਿੱਤੀ ਗਈ ਇਸ ਐਕਟ ਰਾਹੀਂ ਵਾਇਸਰਾਈ ਨੂੰ। ਜਿਹੜੇ ਇਸ ਸਮੇਂ ਕਾਨੂੰਨ ਬਣਦੇ ਸੀ, ਕਾਨੂੰਨ ਕਿਵੇਂ ਬਣਦੇ ਸੀ, ਉਹਨਾਂ ਦੇ ਲਈ ਬਣਾਈਆਂ ਗਈਆਂ ਸੀ ਜੀ ਵਿਧਾਨ ਪਰਿਸ਼ਦਾਂ। ਕੇਂਦਰੀ ਵਿਧਾਨ ਪਰਿਸ਼ਦ ਵੀ ਸੀ ਅਤੇ ਪ੍ਰਾਂਤਾਂ ਦੇ ਵਿੱਚ ਵੀ ਵਿਧਾਨ ਪਰਿਸ਼ਦਾਂ ਸੀ। ਫਿਰ ਇਹਨਾਂ ਵਿਧਾਨ ਪਰਿਸ਼ਦਾਂ ਦੁਆਰਾ ਜਿਹੜੇ ਵੀ ਕਾਨੂੰਨ ਬਣਦੇ ਸੀ, ਉਹ ਜੇ ਤਾਂ ਕੇਂਦਰੀ ਵਿਧਾਨ ਪਰਿਸ਼ਦ ਬਣਾਉਂਦੀ ਤਾਂ ਉਹਨੂੰ ਗਵਰਨਰ ਜਨਰਲ ਦੀ ਮਾਨਤਾ ਮਿਲਣੀ ਜ਼ਰੂਰੀ ਸੀ। ਜੇ ਪ੍ਰਾਂਤਾਂ ਦੇ ਵਿੱਚ ਬਣਦੇ ਸੀ ਤਾਂ ਪਹਿਲਾਂ ਪ੍ਰਾਂਤ ਦਾ ਗਵਰਨਰ ਉਹਨੂੰ ਮਾਨਤਾ ਦੇਊਗਾ, ਫਿਰ ਇਸ ਤੋਂ ਬਾਅਦ ਜਿਹੜਾ ਗਵਰਨਰ ਜਨਰਲ ਵਾਇਸਰਾਈ ਹੁੰਦਾ ਸੀ ਉਹ ਮਾਨਤਾ ਦੇਊਗਾ। ਫਿਰ ਉਸ ਤੋਂ ਬਾਅਦ ਜਦੋਂ ਇੱਥੋਂ ਤੱਕ ਇਹਨੂੰ ਮਾਨਤਾ ਮਿਲ ਵੀ ਗਈ ਤਾਂ ਉਸ ਤੋਂ ਬਾਅਦ ਜਿਹੜਾ ਭਾਰਤ ਸਕੱਤਰ ਹੁੰਦਾ ਸੀ ਨਾ ਲੰਡਨ ਦੇ ਵਿੱਚ, ਬ੍ਰਿਟਿਸ਼ ਕੈਬਨਿਟ ਦਾ ਜਿਹੜਾ ਮੈਂਬਰ ਹੁੰਦਾ ਸੀ, ਉਹ ਇਹਨੂੰ ਰੱਦ ਵੀ ਕਰ ਸਕਦਾ ਸੀ। ਬ੍ਰਿਟਿਸ਼ ਕਰਾਊਨ ਦੀ ਕਹਿਣ 'ਤੇ, ਬ੍ਰਿਟਿਸ਼ ਕਰਾਊਨ ਦੀ ਮਰਜ਼ੀ 'ਤੇ ਉਹ ਭਾਰਤ ਸਕੱਤਰ ਇਹਨਾਂ ਦੇ ਕਾਨੂੰਨਾਂ ਨੂੰ ਰੱਦ ਕਰ ਸਕਦਾ ਸੀ।